ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ। ਕਿ ਜਿਹੜੇ ਸਾਧੂ ਜਨ ਹੁੰਦੇ ਆ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੁੰਦਾ ਹੈਗਾ, ਉਹਨਾਂ ਦੇ ਮਨ ਦਾ ਛੋਟੇ ਤੋਂ ਛੋਟਾ ਫੁਰਨਾ ਵੀ ਪਰਮੇਸ਼ਰ ਤਤਕਾਲ ਪੂਰਾ ਕਰ ਦਿੰਦਾ ਹੈਗਾ। ਜਿੱਥੇ ਕਿ ਸੰਸਾਰੀ ਲੋਕੀ ਜਿਹੜੇ ਆ, ਆਪਣੇ ਕਾਰਜਾਂ ਵਾਸਤੇ, ਆਪਣੀ ਸਫਲਤਾ ਦੇ ਵਾਸਤੇ ਇੱਕ ਦੂਜੇ ਦੇ ਉੱਤੇ ਚਿੱਕੜ ਸਿੱਟਦੇ ਰਹਿੰਦੇ ਆ, ਪਰ ਮਹਾਂਪੁਰਖ ਜਿਹੜੇ ਆ, ਇਹ ਸਾਰੀ ਜਿਹੜੀ ਜ਼ਿੰਮੇਵਾਰੀ ਉਹ ਪਰਮੇਸ਼ਰ 'ਤੇ ਦੇ ਦਿੰਦੇ ਆ। ਫਿਰ ਮੰਨਦੇ ਇਹ ਆਖਦੇ ਕਿ ਇਹ ਜਾਣੇ ਤਾਂ ਉਹਦਾ ਕੰਮ ਜਾਣੇ। ਕਿਉਂ? ਉਹਨਾਂ ਦੀ ਜਿਹੜੀ ਸ਼ਰਧਾ ਅਤੇ ਨਿਸ਼ਠਾ ਜਿਹੜੀ ਹੈ ਨਾ, ਬੜੇ ਉੱਚੇ ਦਰਜੇ ਦੀ ਹੁੰਦੀ ਆ। ਆਮ ਕਰਕੇ ਅਸੀਂ ਜਦ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਜਾਂ ਗੁਰਪੁਰਬ ਹੋਵੇ ਜਾਂ ਜੋੜ ਮੇਲਾ ਹੋਵੇ, ਵਿਸਾਖੀ, ਦੀਵਾਲੀ, ਇਸ ਤਰ੍ਹਾਂ ਦੇ ਜਿਹੜੇ ਪੁਰਬ ਜਦੋਂ ਧਾਰਮਿਕ ਸਥਾਨਾਂ 'ਤੇ ਹੁੰਦੇ ਆ, ਜਦੋਂ ਸੰਗਤ ਉੱਥੇ ਜਾਣ ਦਾ ਪ੍ਰੋਗਰਾਮ ਬਣਾਉਂਦੀ ਹੈ, ਹਰੇਕ ਦੇ ਮਨ ਦੇ ਵਿੱਚ ਇੱਕ ਸਵਾਲ ਹੋ ਜਾਂਦਾ ਕਿ ਉੱਥੇ ਜਿਹੜੀ ਰਾਤ ਦੀ ਰਿਹਾਇਸ਼ ਆ ਉਹ ਅਸੀਂ ਕਿੱਥੇ ਰੱਖਣੀ ਹੈਗੀ ਆ। ਕਿਉਂ? ਆਮ ਕਰਕੇ ਦੇਖਿਆ ਜਾਂਦਾ ਹੈ ਕਿ ਜਿਹੜੇ ਰਿਹਾਇਸ਼ੀ ਕਮਰੇ ਸੰਗਤਾਂ ਵਾਸਤੇ ਬਣਾਏ ਹੁੰਦੇ, ਉਹਨਾਂ ਦੀ ਪਹਿਲਾਂ ਹੀ ਐਡਵਾਂਸ ਬੁਕਿੰਗ ਹੋ ਜਾਂਦੀ ਆ। ਔਰ ਖ਼ਾਸ ਕਰਕੇ ਜਿਹੜੀ ਫਰਮਾਇਸ਼ੀ ਆਦਮੀ ਹੁੰਦੇ ਆ, ਉਹ ਤਾਂ ਆਪਣੀ ਜਿਹੜੀ ਬੁਕਿੰਗ ਹੈਗੀ ਆ, ਉਹ ਆਪਣੇ ਸਿਆਸੀ ਤਾਕਤ ਦੇ ਨਾਲ ਅਤੇ ਜਾਂ ਆਪਣੀ ਫਰਮਾਇਸ਼ ਦੇ ਨਾਲ ਪਹਿਲਾਂ ਬੁੱਕ ਕਰ ਦਿੰਦੇ ਆ। ਔਰ ਖ਼ਾਸ ਕਰਕੇ ਜਿਹੜੇ ਸਧਾਰਨ ਪ੍ਰਾਣੀ ਹਨ, ਉਹਨਾਂ ਦੇ ਵਾਸਤੇ ਇਹੋ ਜਿਹੜੇ ਰਿਹਾਇਸ਼ਾਂ ਦੇ ਉੱਤੇ ਰਹਿਣਾ ਜਾਂ ਠਾਹਰ ਕਰਨੀ, ਉਹ ਬੜੀ ਮੁਸ਼ਕਿਲ ਹੋ ਜਾਂਦੀ ਹੈ। ਪਰ ਜਿਹੜੇ ਮਹਾਂਪੁਰਖ ਆ, ਉਹ ਇਹਨਾਂ ਗੱਲਾਂ ਤੋਂ ਉੱਪਰ ਉੱਠਦੇ ਆ, ਕਿਉਂਕਿ ਉਹ ਸਾਰੀ ਜ਼ਿੰਮੇਵਾਰੀ ਕੇਵਲ ਅਤੇ ਕੇਵਲ ਪਰਮੇਸ਼ਰ 'ਤੇ ਰੱਖ ਦਿੰਦੇ। ਅਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਕੇਵਲ ਅਤੇ ਕੇਵਲ ਪਰਮਾਤਮਾ ਦੇ ਉੱਤੇ ਹੁੰਦੀ ਆ, ਫਿਰ ਉਹਨਾਂ ਦੀ ਜਿਹੜੀ ਰਹਿਣ ਦੀ ਜੋ ਕਿਰਿਆ ਹੈ, ਜੋ ਉਹਨਾਂ ਦਾ ਕੰਮਕਾਰ, ਉਹਦੀ ਸਾਰੀ ਜ਼ਿੰਮੇਵਾਰੀ ਫਿਰ ਪਰਮੇਸ਼ਰ ਖੁਦ ਲੈ ਲੈਂਦਾ ਹੈਗਾ। ਪਰ ਇਹੋ ਜਿਹੇ ਭਾਵਨਾ ਸਿਦਕ ਰੱਖਣੀ ਮਨ ਦੇ ਵਿੱਚ, ਇਹ ਕਿਸੇ ਬਿਰਲੇ ਦੇ ਹਿੱਸੇ ਆਉਂਦੀ ਆ। ਜਿਵੇਂ ਇੱਕ ਮਹਾਤਮਾ ਸੀਗੇ, ਉਹਨਾਂ ਮਹਾਤਮਾ ਨੂੰ ਕੁਛ ਸੰਗਤ ਦੇ ਪ੍ਰੇਮੀ ਕਹਿਣ ਲੱਗੇ ਕਿ ਮਹਾਂਪੁਰਖੋ, ਇਸ ਪੁਰਬ ਦੇ ਉੱਪਰ ਆਪਾਂ ਇਸ ਅਸਥਾਨ 'ਤੇ ਜਾਣਾ ਹੈਗਾ, ਅਤੇ ਉੱਥੇ ਜਾ ਕੇ ਕੁਛ ਚਿਰ ਰੁਕਣਾ, ਅਤੇ ਉੱਥੇ ਸਾਡੀ ਭਾਵਨਾ ਕਿ ਸੇਵਾ ਕਰਨੀ ਆ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਅਗਰ ਤੁਸੀਂ ਜਾਣਾ ਹੈਗਾ ਤਾਂ ਆਪਾਂ ਸਾਰੇ ਚੱਲਦੇ ਹਾਂ। ਪਰ ਉਸ ਟਾਈਮ ਕੀ ਕੀਤਾ, ਮਹਾਂਪੁਰਖਾਂ ਨੇ ਇੱਕ ਚਿੱਠੀ ਲਿਖੀ। ਉਹ ਚਿੱਠੀ ਜਿਹੜੀ ਸੀ ਉਹ ਰੱਬ ਦੇ ਉੱਤੇ ਨਾਂ ਦੇ ਸੀਗੀ। ਜਦ ਉਹ ਚਿੱਠੀ ਜਿਹੜੀ ਸੀ ਲਿਖੀ, ਚਿੱਠੀ 'ਚ ਇਹ ਲਿਖਿਆ ਕਿ ਅਸੀਂ ਇੰਨੇ ਜਾਣੇ ਵਿਦ ਸੰਗਤ ਸਮੇਤ ਆਪ ਜੀ ਦੇ ਪਾਸ ਪਹੁੰਚ ਰਹੇ ਹਾਂ, ਅਤੇ ਬਾਕੀ ਆਪ ਦੀ ਸਾਰੀ ਜ਼ਿੰਮੇਵਾਰੀ ਹੈਗੀ ਆ, ਅਤੇ ਇਸ ਜ਼ਿੰਮੇਵਾਰੀ ਦਾ ਤੁਸੀਂ ਸਾਰਾ ਇੰਤਜ਼ਾਮ ਕਰਕੇ ਰੱਖਿਓ। ਹੁਣ ਚਿੱਠੀ ਜਿਹੜੀ ਸੀ ਉਹ ਇਸ ਢੰਗ ਦੇ ਨਾਲ ਲਿਖੀ ਗਈ ਸੀਗੀ ਕਿ ਜਿਵੇਂ ਕਿਸੇ ਆਮ ਆਦਮੀ ਨੂੰ ਲਿਖੀ ਜਾਂਦੀ ਆ। ਜਦ ਉਹ ਚਿੱਠੀ ਜਿਹੜੀ ਸੀ ਉਹ ਤਕਰੀਬਨ 10-15 ਪੈਸੇ ਦੇ ਪੋਸਟ ਕਾਰਡ, ਜਿਹੜਾ ਉਹਨਾਂ ਟਾਈਮਾਂ ਦੇ ਵਿੱਚ ਖਾਕੀ ਰੰਗ ਦੇ ਹੁੰਦੇ ਸੀ, ਉਹ 'ਤੇ ਲਿਖ ਦਿੱਤੀ ਗਈ। ਜਦ ਸੇਵਾਦਾਰ ਨੇ ਦੇਖਿਆ ਕਿ ਮਹਾਂਪੁਰਖਾਂ ਨੇ ਤਾਂ ਰੱਬ ਨੂੰ ਚਿੱਠੀ ਲਿਖ ਦਿੱਤੀ ਹੈਗੀ ਆ, ਅਤੇ ਜਦ ਚਿੱਠੀ ਲਿਖੀ ਸਾਰੇ ਹੈਰਾਨ ਹੋ ਗਏ, ਪਰ ਅੰਦਰੋਂ ਕੁਛ ਬੋਲਿਆ ਨਹੀਂ। ਮਹਾਂਪੁਰਖਾਂ ਨੇ ਉਹਦੇ ਉੱਤੇ ਜਿਹੜਾ ਸੀ ਐਡਰੈਸ ਲਿਖ ਦਿੱਤਾ। ਐਡਰੈਸ ਲਿਖ ਕੇ ਕਹਿਣ ਲੱਗੇ, ਆਹ ਚਿੱਠੀ ਪੋਸਟ ਕਰ ਦਿਓ। ਉੱਤੋਂ ਨਮੋ ਨਾਰਾਇਣ ਲਿਖ ਕੇ ਜਦ ਚਿੱਠੀ ਪੋਸਟ ਕੀਤੀ ਗਈ, ਉਹ ਦੱਸਦੇ ਆ ਕਿ ਉਹ ਚਿੱਠੀ ਜਿਹੜੀ ਸੀਗੀ ਉਹ ਤਾਂ ਹੁਣ ਪਤਾ ਨਹੀਂ ਕਿੱਧਰ ਗਈ। ਪਰ ਦੂਸਰੀ ਗੱਲ ਇਹ ਸੀ ਕਿ ਜਿਹੜੇ ਮਹਾਂਪੁਰਖ ਸੀਗੇ ਆਪਣੇ ਸਾਥੀਆਂ ਸਮੇਤ ਜਦ ਆਪਣੇ ਇੱਥੋਂ ਰੇਲ ਗੱਡੀ ਦੀ ਯਾਤਰਾ 'ਚ ਉਸ ਥਾਂ 'ਤੇ ਪਹੁੰਚੇ ਸੀ, ਉਹ ਪ੍ਰੇਮੀ ਦੱਸਦੇ ਸੀਗੇ ਕਿ ਸਾਨੂੰ ਉੱਥੇ ਇੱਕ ਆਦਮੀ ਜਿਹੜਾ ਸੀਗਾ ਉਸ ਸਟੇਸ਼ਨ 'ਤੇ ਪਹਿਲਾਂ ਲੈਣ ਪਹੁੰਚ ਗਿਆ ਸੀਗਾ। ਜਦੋਂ ਲੈਣ ਪਹੁੰਚਿਆ ਸੀ ਤਾਂ ਕਹਿੰਦੇ ਵੀ ਉਹਨੇ ਸਾਨੂੰ ਕਿਹਾ ਸੀਗਾ ਕਿ ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਸੀਗਾ ਕਿ ਤੁਸੀਂ ਆ ਰਹੇ ਆ, ਇਸ ਕਰਕੇ ਤੁਹਾਡੀ ਸਾਰੀ ਰਿਹਾਇਸ਼ ਜਿਹੜੀ ਆ ਉਹ ਮੈਂ ਇੱਕ ਪਾਸੇ ਕਰ ਦਿੱਤੀ ਆ। ਕਹਿੰਦੇ ਅਸੀਂ ਕੁਛ ਨਹੀਂ ਬੋਲੇ। ਉਸ ਤੋਂ ਬਾਅਦ ਕਹਿੰਦੇ ਉਹ ਸੱਜਣ ਜਿਹੜੇ ਸੀ ਸਾਨੂੰ ਇੱਕ ਖੁੱਲ੍ਹੀ ਰਿਹਾਇਸ਼ ਦੇ ਵਿੱਚ ਲੈ ਗਏ, ਅਤੇ ਜਿਹਦੇ ਉੱਪਰਲੇ ਰਿਹਾਇਸ਼ ਦੇ ਕਮਰੇ ਸੀ ਸਾਰੇ ਓਪਨ ਸੀਗੇ, ਅਤੇ ਉਹਨਾਂ ਕਮਰੇ ਵਿੱਚ ਉਹਨੇ ਇਹ ਕਹਿਤਾ ਕਿ ਤੁਸੀਂ ਇਹ ਕਮਰੇ ਜਿੰਨੇ ਤੁਹਾਨੂੰ ਚਾਹੀਦੇ ਤੁਸੀਂ ਖੋਲ੍ਹ ਲਓ, ਅਤੇ ਇਹਨਾਂ ਕਮਰਿਆਂ ਵਿੱਚ ਤੁਸੀਂ ਆਰਾਮ ਕਰ ਸਕਦੇ ਆ। ਜਦੋਂ ਕਹਿੰਦੇ ਵੀ ਅਸੀਂ ਫਿਰ ਕਮਰੇ ਖੋਲ੍ਹੇ, ਉਹ ਕਮਰੇ ਇੰਨੇ ਸੀਗੇ ਕਿ ਇੱਕ ਕਮਰੇ ਦੇ ਵਿੱਚ ਜਿੱਥੇ ਕਹਿੰਦੇ ਵੀ 4-4 5-5 ਸੱਜਣ ਰੁਕ ਸਕਦੇ ਸੀ, ਉੱਥੇ ਇੱਕ ਕਮਰੇ ਦੇ ਵਿੱਚ ਇੱਕ ਸੱਜਣ ਜਿਹੜੇ ਸੀਗੇ ਕਹਿੰਦੇ ਉਹ ਕਮਰੇ ਦੇ ਵਿੱਚ ਰੁਕ ਗਏ। ਜਦ ਕਮਰੇ 'ਚ ਰੁਕ ਗਏ, ਰਾਤ ਨੂੰ ਕਹਿੰਦੇ ਵੀ ਉਸੇ ਸੱਜਣ ਵੱਲੋਂ ਕਹਿੰਦੇ ਬਹੁਤ ਸਾਰੀ ਸੇਵਾ ਜਿਹੜੀ ਸਾਡੀ ਹੋਈ, ਅਤੇ ਜਦ ਕਹਿੰਦੇ ਵੀ ਅੰਨ ਪਾਣੀ ਸਾਰੇ ਜਿਹੜੇ ਲੰਗਰ ਅਸੀਂ ਛਕੇ, ਕਾਫੀ ਪਦਾਰਥ ਕਹਿੰਦੇ ਮਿਲੇ ਆ। ਕਹਿੰਦੇ ਉਸ ਤੋਂ ਬਾਅਦ ਅਸੀਂ ਰੁਕੇ ਰਹੇ ਹਾਂ। ਪਰ ਜਦੋਂ ਕਹਿੰਦੇ ਵੀ ਜਿਹੜਾ ਸਾਡਾ ਨਿਯਤ ਸਮਾਂ ਸੀ, ਜਦੋਂ ਉਸ ਸਮੇਂ ਤੋਂ ਬਾਅਦ ਅਸੀਂ ਜਾਣ ਲੱਗੇ, ਅਤੇ ਸਾਨੂੰ ਕਹਿੰਦੇ ਮਹਾਤਮਾ ਕਹਿਣ ਲੱਗੇ ਵੀ ਚਲੋ ਇਹਨਾਂ ਸੱਜਣਾਂ ਨੇ ਸਾਡੀ ਨਹੀਂ ਸੇਵਾ ਪਾਣੀ ਕੀਤਾ, ਅਤੇ ਭਾਈ ਹੁਣ ਇਸ ਤਰ੍ਹਾਂ ਕਰਦੇ ਹਾਂ ਕਿ ਇਹਨਾਂ ਨੂੰ ਆਪਾਂ ਪੁੱਛ ਲੈਂਦੇ ਹਾਂ ਕਿ ਅਗਰ ਇਹ ਜਿਹੜੇ ਕਮਰੇ ਆ ਇਹਨਾਂ ਦਾ ਕਿੰਨਾ ਰਿਹਾਇਸ਼ੀ ਕਿਰਾਇਆ, ਕੀ ਸਭ ਕੁਛ ਹੈਗਾ, ਅਤੇ ਅਸੀਂ ਇਹ ਯਾਤਰਾ ਜਿਹੜੀ ਪੂਰੀ ਕਰ ਲਈ ਆ। ਪਰ ਕਹਿੰਦੇ ਵੀ ਜਦੋਂ ਅਸੀਂ ਉਹ ਸੱਜਣ ਦੇ ਪਾਸ ਗਏ, ਉਹ ਸੱਜਣ ਸਾਡੇ ਪਾਸ ਫੇਰ ਕਹਿੰਦੇ ਆਏ, ਜਦ ਆਏ ਤਾਂ ਸਾਨੂੰ ਕਹਿਣ ਲੱਗੇ ਜੀ ਇਹਨਾਂ ਕਮਰਿਆਂ ਦਾ ਕੋਈ ਕਿਰਾਇਆ ਨਹੀਂ, ਕੋਈ ਕੁਛ ਨਹੀਂ, ਕਿਉਂਕਿ ਇਹ ਆਪ ਜੀ ਦੀ ਸਹੂਲਤ ਵਾਸਤੇ ਅਸੀਂ ਪਹਿਲਾਂ ਬੁੱਕ ਕਰਾ ਕੇ ਰੱਖੇ ਆ।
ਔਰ ਜੋ ਵੀ ਲੰਗਰ ਆ ਸਾਰਾ ਕੁਛ ਕਹਿੰਦੇ ਵੀ ਇਹ ਉਸ ਰੱਬ ਦੇ ਵੱਲੋਂ ਤੁਹਾਨੂੰ ਭੇਜਿਆ ਗਿਆ ਹੈਗਾ। ਜਦੋਂ ਕਹਿੰਦੇ ਵੀ ਉਹ ਸੱਜਣ ਨੇ ਗੱਲ ਕੀਤੀ ਤਾਂ ਅਸੀਂ ਕਹਿੰਦੇ ਦੰਗ ਰਹਿ ਗਏ। ਉਸ ਤੋਂ ਬਾਅਦ ਕਹਿੰਦੇ ਉਹ ਸੱਜਣ ਜਿਹੜੇ ਸੀਗੇ ਸਾਨੂੰ ਇੱਕ ਲਿਫਾਫਾ ਦੇ ਗਏ। ਜਦ ਲਿਫਾਫਾ ਦੇ ਕੇ ਤੇ ਉਹ ਕਹਿਣ ਲੱਗੇ ਕਿ ਤੁਸੀਂ ਇਹਦੇ ਨਾਲ ਜਿਹੜੀ ਹੈ ਗਊ ਗਰੀਬ ਦੀ ਸੇਵਾ ਕਰਦੇ, ਇਸ ਕਰਕੇ ਜਿਹੜੀ ਮਾਇਆ ਹੈਗੀ ਹੈ ਤੁਸੀਂ ਸਾਡੇ ਜ਼ਰੂਰ ਲੈ ਜਾਓ, ਥੋੜ੍ਹੀ ਤੁਛ ਭੇਟਾ ਹੈਗੀ। ਉਹ ਕਹਿੰਦੇ ਵੀ ਜਦੋਂ ਅਸੀਂ ਭੇਟਾ ਲੈ ਕੇ ਆਪਣੇ ਆਸ਼ਰਮ 'ਚ ਪਹੁੰਚੇ ਸੀ ਕਿ ਦੇਖਿਆ ਸੀ ਉਹਦੇ ਵਿੱਚੋਂ 20,000 ਉਹਨਾਂ ਟਾਈਮਾਂ ਦੇ ਵਿੱਚ ਰੁਪਈਆ ਨਿਕਲਿਆ ਸੀਗਾ। ਪਰ ਕਹਿੰਦੇ ਵੀ ਜਦੋਂ ਅਸੀਂ ਇਹ ਸਾਰਾ ਕੁਛ ਕਰਨ ਤੋਂ ਬਾਅਦ ਜਦ ਮਹਾਤਮਾ ਨੂੰ ਪੁੱਛਿਆ ਕਿ ਇਹ ਜਿਹੜੇ ਸੱਜਣ ਜਿਨ੍ਹਾਂ ਨੇ ਸਾਡੀ ਇੰਨੀ ਸੇਵਾ ਕੀਤੀ, ਰਿਹਾਇਸ਼ ਲਈ ਖੁੱਲ੍ਹੇ ਕਮਰੇ ਦਿੱਤੇ ਅਤੇ ਸਾਡਾ ਖਾਣ ਪਾਣ ਦਾ ਪੂਰਾ ਪ੍ਰਬੰਧ ਕੀਤਾ, ਕੌਣ ਸੀ? ਅਤੇ ਕਹਿੰਦੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਮੈਂ ਤਾਂ ਇਹ ਨਹੀਂ ਜਾਣਦਾ ਹੈਗਾ, ਪਰ ਮੈਨੂੰ ਇੰਨਾ ਪਤਾ ਕਿ ਮੈਂ ਚਿੱਠੀ ਲਿਖੀ ਸੀ ਰੱਬ ਦੇ ਨਾਂ ਦੇ ਉੱਤੇ। ਜਦ ਚਿੱਠੀ ਲਿਖੀ ਸੀ, ਇਹ ਚਿੱਠੀ ਕਹਿੰਦੇ ਵੀ ਉਹਨਾਂ ਤੱਕ ਪਹੁੰਚ ਗਈ ਹੈ। ਸਾਰਾ ਪ੍ਰਬੰਧ ਜਿਹੜਾ ਉਹ ਨਾਰਾਇਣ ਨੇ ਕੀਤਾ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਸ ਸੱਜਣ ਨੂੰ ਅਸੀਂ ਜਾਣਦੇ ਨਹੀਂ ਸੀ, ਇੱਕ ਅਣਜਾਣ ਸੱਜਣ ਨੇ ਸਾਡੇ ਵਾਸਤੇ ਐਡਾ ਵੱਡਾ ਪ੍ਰਬੰਧ ਕੀਤਾ। ਇਹ ਕਿਵੇਂ ਕੀਤਾ? ਇਹ ਮਹਾਂਪੁਰਖਾਂ ਦਾ ਅੰਦਰ ਦ੍ਰਿੜ ਵਿਸ਼ਵਾਸ ਸੀਗਾ ਕਿ ਮੇਰੀ ਜਿਹੜੀ ਚਿੱਠੀ ਹੈਗੀ ਆ ਉਹ ਪਰਮਾਤਮਾ ਤੱਕ ਪਹੁੰਚੇਗੀ ਅਤੇ ਉਹ ਸਾਡਾ ਸਾਰਾ ਇੰਤਜ਼ਾਮ ਕਰ ਦੇਣਗੇ। ਜਿੱਥੇ ਬਾਕੀ ਜਿਹੜੀ ਦੂਸਰੀ ਸੰਗਤ ਵਾ ਇਹਨਾਂ ਭਾਰੇ ਜੋੜ ਮੇਲਿਆਂ ਦੇ ਉੱਤੇ ਜਿਨ੍ਹਾਂ ਵਾਸਤੇ ਜਿਹੜਾ ਨਾ ਉੱਥੇ ਰਹਿਣਾ ਬੜਾ ਮੁਸ਼ਕਿਲ ਹੋ ਜਾਂਦਾ, ਔਰ ਖ਼ਾਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਧੱਕੇ ਵੀ ਪੈਂਦੇ ਆ, ਔਰ ਬਹੁਤ ਸਾਰੀਆਂ ਸੱਜਣਾਂ ਦੀਆਂ ਜਿਹੜੀਆਂ ਸਮਾਨ ਉਹ ਵੀ ਚੋਰੀ ਹੋ ਜਾਂਦੇ। ਪਰ ਇੱਥੇ ਇੱਕ ਆਰਾਮਦਾਇਕ ਯਾਤਰਾ ਉਸ ਪਰਮੇਸ਼ਰ ਨੇ ਕਿਵੇਂ ਇਹਨਾਂ ਮਹਾਤਮਾ ਦੀ ਕਰਾਈ ਸੀਗੀ, ਇਹ ਸਾਰੀ ਜਿਹੜੀ ਆ ਉਹ ਉਹਨਾਂ ਮਹਾਂਪੁਰਖਾਂ ਦੇ ਵਿਸ਼ਵਾਸ ਦੀ ਹੀ ਦੇਣ ਹੈਗੀ ਆ। ਇਹੋ ਜਿਹਾ ਵਿਸ਼ਵਾਸ ਜਿਹੜਾ ਹੈ ਕਿ ਪਰਮੇਸ਼ਰ ਨੂੰ ਚਿੱਠੀ ਪਾਉਣੀ ਔਰ ਪਰਮੇਸ਼ਰ ਦਾ ਕੋਈ ਨਾ ਕੋਈ ਰੂਪ ਧਾਰ ਕੇ ਸਟੇਸ਼ਨ 'ਤੇ ਆ ਜਾਣਾ ਅਤੇ ਸਾਨੂੰ ਲੈ ਜਾਣਾ, ਸਾਡਾ ਸਾਰਾ ਪ੍ਰਬੰਧ ਕਰਨਾ, ਔਰ ਫਿਰ ਸਾਨੂੰ ਸਾਡੇ ਸਮੇਂ ਤੋਂ ਬਾਅਦ ਫਿਰ ਵਿਦਾ ਕਰ ਦੇਣਾ ਅਤੇ ਨਾਲ ਦਕਸ਼ਣਾ ਦੇ ਦੇਣੀ, ਭੇਟਾ ਦੇ ਦੇਣੀ ਮਾਇਆ ਦੀ। ਇਹ ਕਹਿੰਦੇ ਸਾਡੀ ਸਮਝ ਤੋਂ ਪਰੇ ਸੀਗੇ। ਇਸੇ ਤਰ੍ਹਾਂ ਇੱਕ ਜਿਹੜੇ ਮਹਾਤਮਾ ਸੀ ਉਹਨਾਂ ਨੇ ਵੀ ਆਪਣੇ ਇੱਕ ਜੀਵਨ ਦੀ ਘਟਨਾ ਦੱਸੀ ਸੀ। ਉਹ ਦੱਸਦੇ ਸੀ ਕਿ ਜਿਹੜੀ ਭਾਵਨਾ ਹੈ ਨਾ ਅੰਦਰ ਹੈਗੀ ਤੁਹਾਡੇ, ਔਰ ਖ਼ਾਸ ਕਰਕੇ ਜਿਹੜੇ ਇਹਦੇ ਹਿਰਦੇ ਸ਼ੁੱਧ ਆ ਉਹਨਾਂ ਦੀ ਅੰਦਰ ਭਾਵਨਾ ਕੋਈ ਵੀ ਹੋਵੇ, ਉਸ ਭਾਵਨਾ ਨੂੰ ਪਰਮੇਸ਼ਰ ਤਤਕਾਲ ਫਲ ਲਾ ਦਿੰਦਾ ਹੈਗਾ। ਉਹ ਕਹਿੰਦੇ ਇੱਕ ਵਾਰੀ ਕੀ ਹੋਇਆ ਕਿ ਅਸੀਂ ਕਿਸੇ ਕਾਰਜ ਵਾਸਤੇ ਕੁਛ ਸੱਜਣਾਂ ਦੇ ਨਾਲ ਕਿਤੇ ਜਾ ਰਹੇ ਸੀ। ਜਦ ਜਾ ਰਹੇ ਸੀ ਰਸਤੇ ਦੇ ਵਿੱਚ ਕਹਿੰਦੇ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਤੀਰਥ ਆਇਆ ਹੈਗਾ ਅਤੇ ਇਸ ਤੀਰਥ ਦੇ ਉੱਤੇ ਸਾਨੂੰ ਦਰਸ਼ਨ ਕਰਨੇ ਚਾਹੀਦੇ। ਕਹਿੰਦੇ ਸਾਡੇ ਮਨ ਦੇ ਵਿੱਚ ਇਹ ਜਿਹੜੀ ਸੀ ਵਿਚਾਰ ਆਈ। ਜਦੋਂ ਕਹਿੰਦੇ ਵਿਚਾਰ ਆਈ ਤਾਂ ਉਸ ਟਾਈਮ ਕਹਿੰਦੇ ਵੀ ਅਸੀਂ ਇੱਕ ਮਹਾਤਮਾ ਜਿਹੜੇ ਸਾਡੇ ਗੁਰਦੇਵ ਸੀ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇੱਕ ਹੈ ਨਾ ਇੱਥੇ ਇੱਕ ਪ੍ਰਸਿੱਧ ਤੀਰਥ ਵਾ, ਇਹਦੇ ਕੋਲ ਦੀ ਲੰਘ ਰਹੇ, ਸਾਡੇ ਮਨ 'ਚ ਵਿਚਾਰ ਹੈ ਵੀ ਜਾਂਦੇ ਜਾਂਦੇ ਇਸ ਧਾਰਮਿਕ ਪਵਿੱਤਰ ਤੀਰਥ ਦੀ ਯਾਤਰਾ ਕਰ ਚੱਲੀਏ ਅਤੇ ਦਰਸ਼ਨ ਕਰ ਚੱਲੀਏ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਮਹਾਤਮਾ ਕਹਿਣ ਲੱਗੇ ਵੀ ਦਰਸ਼ਨ ਕਰਨ 'ਚ ਕੋਈ ਹਰਜ ਨਹੀਂ ਗਾ, ਅਗਰ ਮੌਕਾ ਮਿਲਦਾ ਜ਼ਰੂਰ ਕਰਨੇ ਚਾਹੀਦੇ ਆ। ਪਰ ਕਿਉਂਕਿ ਇਹ ਜਿਹੜਾ ਹੈ ਉਸ ਤੀਰਥ ਦੇ ਉੱਤੇ ਇਸ ਲਈ ਬੜਾ ਭਾਰਾ ਮੇਲਾ ਲੱਗਿਆ ਹੋਇਆ ਹੈਗਾ, ਬਹੁਤ ਸੰਗਤਾਂ ਦਾ ਜਿਹੜਾ ਉੱਥੇ ਇਕੱਠ ਵਾ, ਆਵਾਜਾਈ ਬਣੀ ਆ, ਅਤੇ ਤੁਹਾਡੇ ਜਿਹੜਾ ਰਹਿਣਾ ਹੈਗਾ ਉਹ ਬੜਾ ਮੁਸ਼ਕਿਲ ਹੋ ਜਾਊਗਾ। ਇਸ ਕਰਕੇ ਅਗਰ ਤੁਹਾਨੂੰ ਕੋਈ ਇੱਥੇ ਜਾਣਦਾ ਹੈਗਾ ਤਾਂ ਤੁਸੀਂ ਆਪਣੀ ਰਿਹਾਇਸ਼ ਦਾ ਪ੍ਰਬੰਧ ਕਰ ਲਓ। ਜਦੋਂ ਕਿ ਇੰਨੀ ਗੱਲ ਹੋਈ ਸੀ ਤਾਂ ਮਹਾਂਪੁਰਖ ਆਖਣ ਲੱਗੇ ਕਿ ਉਸ ਟਾਈਮ ਅਸੀਂ ਮਹਾਤਮਾ ਨੂੰ ਕਿਹਾ ਕਿ ਸਾਨੂੰ ਇਸ ਇਲਾਕੇ ਵਿੱਚ ਕੋਈ ਨਹੀਂ ਜਾਣਦਾ, ਕਿਉਂਕਿ ਅਸੀਂ ਪਹਿਲੀ ਵਾਰ ਇਸ ਧਾਰਮਿਕ ਤੀਰਥ ਦੇ ਉੱਤੇ ਆ ਰਹੇ ਹਾਂ। ਪਰ ਹਾਂ ਬਾਕੀ ਤਾਂ ਭਾਵੇਂ ਸਾਨੂੰ ਕੋਈ ਨਹੀਂ ਜਾਣਦਾ ਹੈਗਾ, ਪਰ ਠਾਕਰ ਜੀ ਸਾਨੂੰ ਜ਼ਰੂਰ ਜਾਣਦੇ ਆ। ਕਹਿੰਦੇ ਸਾਡੇ ਮੂੰਹੋਂ ਜਦੋਂ ਰੱਬ ਦਾ ਨਾਮ ਨਿਕਲਿਆ ਸੀਗਾ, ਉਸ ਤੋਂ ਬਾਅਦ ਕਹਿੰਦੇ ਉਹ ਜਿਹੜਾ ਫੋਨ ਸੀਗਾ ਨਾ ਅਸੀਂ ਆਪਣੇ ਗੁਰਦੇਵ ਨਾਲ ਕਰਦੇ ਸੀ, ਉਹਦੀ ਕਾਲ ਕੱਟੀ ਗਈ। ਪਰ ਕਹਿੰਦੇ ਹੈਰਾਨੀ ਦੀ ਗੱਲ ਉਹ ਹੀ ਹੋਈ ਕਿ ਜਦੋਂ ਅਸੀਂ ਉੱਥੇ ਗਏ ਹਾਂ ਅਤੇ ਜਦ ਸਟੇਸ਼ਨ 'ਤੇ ਪਹੁੰਚੇ, ਉਸ ਤੋਂ ਬਾਅਦ ਕਹਿੰਦੇ ਇੱਕ ਸੱਜਣ ਜਿਹੜੇ ਸੀ ਉਹ ਪਹਿਲਾਂ ਹੀ ਉੱਥੇ ਇੱਕ ਤਾਂਗਾ ਲੈ ਕੇ ਸਾਡਾ ਇੰਤਜ਼ਾਰ ਕਰ ਰਹੇ ਸੀ ਅਤੇ ਸਾਨੂੰ ਕਹਿੰਦੇ ਆ ਕਿ ਪੁੱਛਣ ਲੱਗੇ ਕਿ ਤੁਸੀਂ ਉੱਥੇ ਜਾਣਾ ਹੈਗਾ? ਕਹਿੰਦੇ ਆ ਕਿ ਹਾਂਜੀ ਅਸੀਂ ਉੱਥੇ ਜਾਣਾ। ਕਹਿੰਦੇ ਤੁਸੀਂ ਸਾਡੇ ਤਾਂਗੇ 'ਤੇ ਬੈਠ ਜਾਓ। ਕਹਿੰਦੇ ਅਸੀਂ ਸਵਾਰੀ ਕੀਤੀ, ਤਾਂਗੇ 'ਤੇ ਬੈਠ ਗਏ। ਜਦ ਤਾਂਗੇ 'ਤੇ ਬੈਠੇ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਉਹ ਤੀਰਥ ਵੱਲ ਚਲੇ ਗਏ। ਜਦ ਗਏ ਹਾਂ ਅਤੇ ਕਹਿੰਦੇ ਉਸ ਟਾਈਮ ਕੀ ਦੇਖਿਆ ਕਿ ਉਸ ਜਿਹੜੇ ਤੀਰਥ ਦੇ ਨਾ ਕਵਾੜ ਸੀਗੇ ਉਹ ਬੰਦ ਸੀਗੇ। ਜਦ ਕਹਿੰਦੇ ਬੰਦ ਸੀ ਅਤੇ ਮਨ ਦੇ ਵਿੱਚ ਇਹ ਆਇਆ ਵੀ ਭਾਈ ਹੁਣ ਤਾਂ ਸਾਨੂੰ ਇੰਤਜ਼ਾਰ ਕਰਨਾ ਪਊਗਾ। ਕਹਿੰਦੇ ਅਸੀਂ ਇਸੇ ਸੋਚ ਸੀਗੇ। ਇੱਕ ਸੱਜਣ ਕਹਿੰਦੇ ਹੋਰ ਆਏ, ਸਾਨੂੰ ਕਹਿਣ ਲੱਗੇ ਕਿ ਤੁਸੀਂ ਸਾਡੇ ਪਿੱਛੇ ਪਿੱਛੇ ਆ ਜਾਓ। ਕਹਿੰਦੇ ਉਹਨਾਂ ਸੱਜਣਾਂ ਦੇ ਨਾਲ ਸਾਡੀ ਕੋਈ ਜਾਣ ਪਛਾਣ ਨਹੀਂ ਸੀ। ਕਹਿੰਦੇ ਅਸੀਂ ਉਹਦੇ ਪਿੱਛੇ ਆ ਗਏ। ਉਹ ਸਾਨੂੰ ਪਿਛਲੇ ਦਰਵਾਜ਼ੇ ਥਾਣੀ ਕਹਿੰਦੇ ਉਸ ਧਾਰਮਿਕ ਸਥਾਨ ਦੇ ਅੰਦਰ ਲੈ ਗਏ। ਉੱਥੇ ਜਾ ਕੇ ਕਹਿੰਦੇ ਵੀ ਉਹਨਾਂ ਨੇ ਸਾਨੂੰ ਜਿਹੜੇ ਸੀਗੇ ਉਸ ਅਸਥਾਨ ਦੇ ਦਰਸ਼ਨ ਅੰਦਰੋਂ ਕਰਾਤੇ, ਜਦ ਕਿ ਬਾਹਰੋਂ ਸਾਰੇ ਜਿਹੜੇ ਸੀਗੇ ਉਹ ਕਵਾੜ ਬੰਦ ਸੀਗੇ, ਤਾਲੇ ਲੱਗੇ ਹੋਏ ਸੀ। ਉਸ ਤੋਂ ਬਾਅਦ ਕਹਿੰਦੇ ਵੀ ਉਹ ਸੱਜਣ ਜਿਹੜੇ ਸੀ ਦਰਸ਼ਨ ਕਰਾਉਣ ਤੋਂ ਬਾਅਦ ਸਾਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਰਾਤ ਇੱਥੇ ਕਿੱਥੇ ਰੁਕੋਗੇ? ਫਿਰ ਕਹਿੰਦੇ ਮਹਾਤਮਾ ਕਹਿਣ ਲੱਗੇ ਕਿ ਅਸੀਂ ਉਹਨਾਂ ਨੂੰ ਕਿਹਾ ਹੈਗਾ ਕਿ ਸਾਡੀ ਕੋਈ ਖਾਸ ਜਗ੍ਹਾ ਤਾਂ ਹੈ ਨਹੀਂ ਗੀ, ਪਰ ਫਿਰ ਵੀ ਅਸੀਂ ਦੇਖ ਲੈਂਦੇ ਹਾਂ ਕਿ ਜਿੱਥੇ ਕਿੱਥੇ ਵੀ ਥੋੜ੍ਹੀ ਬਹੁਤੀ ਥਾਂ ਮਿਲੂਗੀ ਉੱਥੇ ਅਸੀਂ ਥੋੜ੍ਹਾ ਟਾਈਮ ਲੇਟ ਲਵਾਂਗੇ। ਜਦ ਕਹਿੰਦੇ ਇੰਨੀ ਗੱਲ ਹੋਈ ਸੀ,
ਉਹ ਜਿਹੜੇ ਅਣਜਾਣ ਸੱਜਣ ਸੀ ਜਿਨ੍ਹਾਂ ਨੇ ਸਾਨੂੰ ਕਹਿੰਦੇ ਪਿਛਲੇ ਦਰਵਾਜ਼ੇ ਥਾਣੀ ਦਰਸ਼ਨ ਕਰਾਏ ਸੀ, ਕਹਿਣ ਲੱਗੇ ਕਹਿੰਦੇ ਵੀ ਤੁਹਾਨੂੰ ਜਿਹੜੀ ਸੀਗੀ ਕਿਤੇ ਲੇਟਣ ਦੀ ਲੋੜ ਨਹੀਂ, ਮੈਂ ਤੁਹਾਡਾ ਇੰਤਜ਼ਾਮ ਪਹਿਲਾਂ ਹੀ ਕੀਤਾ ਹੋਇਆ ਹੈ। ਕਹਿੰਦੇ ਉਸ ਤੋਂ ਬਾਅਦ ਉਹ ਸੱਜਣ ਜਿਹੜੇ ਸੀ ਸਾਨੂੰ ਇੱਕ ਉਸ ਅਸਥਾਨ ਦੇ ਪਿਛਲੇ ਪਾਸੇ ਇੱਕ ਸੁੰਦਰ ਬਿਲਡਿੰਗ ਸੀਗੀ, ਉੱਥੇ ਲੈ ਗਏ। ਅਤੇ ਉੱਥੇ ਜਿਹੜੇ ਕਹਿੰਦੇ ਦੇਖੇ ਕਿ ਉੱਥੇ ਉਹਨੇ ਬਹੁਤ ਸਾਰੇ ਕਮਰੇ ਜਿਹੜੇ ਸੀਗੇ ਪਹਿਲਾਂ ਬੁੱਕ ਕਰਾਏ ਸੀ, ਅਤੇ ਸਾਨੂੰ ਕਹਿਣ ਲੱਗੇ ਕਿ ਤੁਸੀਂ ਇਹ ਕਮਰੇ ਜਿਹੜੇ ਹੈ ਇਹਨਾਂ 'ਚ ਆਪਣੀ ਰਿਹਾਇਸ਼ ਕਰੋ, ਆਪਣਾ ਇਸ਼ਨਾਨ ਪਾਣੀ ਕਰੋ, ਉਸ ਤੋਂ ਬਾਅਦ ਫਿਰ ਤੁਹਾਡੇ ਲੰਗਰ ਦਾ ਪ੍ਰਬੰਧ ਜਿਹੜਾ ਹੈਗਾ ਉਹ ਹੋ ਜਾਂਦਾ ਹੈਗਾ। ਕਹਿੰਦੇ ਵੀ ਅਸੀਂ ਕਮਰਿਆਂ 'ਚ ਗਏ, ਇਸ਼ਨਾਨ ਪਾਣੀ ਕੀਤਾ। ਉਸ ਤੋਂ ਬਾਅਦ ਕਹਿੰਦੇ ਉਸੇ ਸੱਜਣ ਨੇ ਕਹਿੰਦੇ ਸਾਨੂੰ ਕਮਰਿਆਂ ਵਿੱਚ ਹੀ ਕਹਿੰਦੇ ਲੰਗਰ ਭੇਜ ਦਿੱਤਾ, ਬਹੁਤ ਸਾਰਾ ਫਰੂਟ ਭੇਜਿਆ ਔਰ ਪੱਕਿਆ ਪਕਾਇਆ ਸਾਰਾ ਭੋਜਨ ਸੀਗਾ। ਕਹਿੰਦੇ ਉਹਨਾਂ ਨੇ ਸਾਨੂੰ ਜਿਹੜੇ ਸੀਗੇ ਆਪਣੀ ਸੇਵਾ ਦੁਆਰਾ ਭੇਜ ਦਿੱਤਾ। ਜਦੋਂ ਸੇਵਾ ਦੁਆਰਾ ਕਹਿੰਦੇ ਲੰਗਰ ਆਇਆ, ਕਹਿੰਦੇ ਅਸੀਂ ਉਹ ਜਿਹੜਾ ਲੰਗਰ ਸੀਗਾ ਉਹ ਵੀ ਕਹਿੰਦੇ ਵੀ ਸਾਡੇ ਨਾਲ ਦੇ ਜਿਹੜੇ ਸੰਗੀ ਸਾਥੀ ਸੀ ਉਹਨਾਂ ਨੇ ਬੜੇ ਪ੍ਰੇਮ ਨਾਲ ਛਕਿਆ। ਲੰਗਰ ਛਕਣ ਤੋਂ ਬਾਅਦ ਕਹਿੰਦੇ ਵੀ ਅਸੀਂ ਰਾਤ ਉੱਥੇ ਰੁਕੇ ਆ। ਰੁਕਣ ਤੋਂ ਬਾਅਦ ਕਹਿੰਦੇ ਅਗਲੀ ਰਾਤ ਵੀ ਉਹ ਸੱਜਣ ਨੇ ਸਾਨੂੰ ਕਹਿ ਤਾ ਕਿ 1-2 ਦਿਨ ਤੁਸੀਂ ਆਏ ਆ, 1-2 ਦਿਨ ਹੋਰ ਰੁਕ ਜਾਓ, ਫੇਰ ਤੁਸੀਂ ਜਾਇਓ। ਫੇਰ ਕਹਿੰਦੇ ਸਾਡੇ ਮਨ 'ਚ ਹੈ ਵੀ ਬਾਰ-ਬਾਰ ਤਾਂ ਇਸ ਸਥਾਨ 'ਤੇ ਆ ਨਹੀਂ ਸਕਦੇ, ਚਲੋ 1 ਦਿਨ ਹੋਰ ਰੁਕ ਲੈਂਦੇ ਹਾਂ। ਕਹਿੰਦੇ 1-2 ਦਿਨ ਰੁਕਣ ਤੋਂ ਬਾਅਦ ਉਹ ਸੱਜਣ ਜਿਹੜੇ ਸੀਗੇ ਕਹਿੰਦੇ ਫਿਰ ਜਾਣ ਲੱਗੇ, ਸਾਨੂੰ ਆਪ ਕਹਿੰਦੇ ਸਟੇਸ਼ਨ 'ਤੇ ਛੱਡਣ ਗਏ। ਪਰ ਕਹਿੰਦੇ ਸਾਡੇ ਕਹਿਣ ਦੇ ਉੱਤੇ ਵੀ ਉਹਨਾਂ ਨੇ ਇੱਕ ਵੀ ਪੈਸਾ ਨਹੀਂ ਲਿਆ, ਸਗੋਂ ਉਲਟੇ ਜਿਹੜੀ ਸੀਗੀ ਇੱਕ ਮਾਜ ਦੀ ਥੈਲੀ ਸਾਡੇ ਹੱਥਾਂ 'ਚ ਫੜਾਉਂਦੇ ਇਹ ਆਖਿਆ ਕਿ ਤੁਸੀਂ ਇਹ ਜਿਹੜੀ ਸੇਵਾ ਹੈਗੀ ਆ, ਇਹ ਸਾਰੀ ਸੇਵਾ ਤੁਸੀਂ ਹੁਣ ਗਊ ਸੇਵਾ ਦੇ ਵਿੱਚ ਲਾ ਦਿਓ। ਸੋ ਕਹਿਣ ਤੋਂ ਭਾਵ ਇਹ ਸੀਗਾ, ਕਹਿੰਦੇ ਵੀ ਮੇਰੇ ਨਾਲ ਦੇ ਸੱਜਣ ਕਹਿੰਦੇ ਕਿ ਮਹਾਰਾਜ ਇਹ ਸੱਜਣ ਆਪ ਨੂੰ ਜਾਣਦੇ। ਮੈਂ ਕਿਹਾ ਵੀ ਜਾਣਦਾ ਤਾਂ ਕੋਈ ਨਹੀਂ ਗਾ ਹੈਗਾ, ਨਾ ਮੈਂ ਇਹਨਾਂ ਸੱਜਣਾਂ ਦਾ ਨਾਮ ਪੁੱਛਿਆ ਹੈਗਾ ਵੀ ਤੁਸੀਂ ਕੌਣ ਆ, ਕਿੱਥੇ ਰਹਿੰਦੇ ਆ, ਪਰ ਮੈਨੂੰ ਇੰਨਾ ਪਤਾ ਹੈਗਾ ਕਿ ਮੇਰੇ ਮੂੰਹੋਂ ਨਿਕਲਿਆ ਸੀਗਾ ਕਿ ਬਾਕੀ ਤਾਂ ਭਾਵੇਂ ਇਸ ਸਥਾਨ 'ਤੇ ਕੋਈ ਨਹੀਂ ਜਾਣਦਾ, ਮੇਰੀ ਕਿਸੇ ਨਾਲ ਜਾਣ ਪਛਾਣ ਨਹੀਂ ਆ, ਪਰ ਠਾਕਰ ਨਾਲ ਮੇਰੀ ਜਾਣ ਪਛਾਣ ਆ, ਪਰਮਾਤਮਾ ਨੇ ਮੇਰੀ ਜਾਣ ਪਛਾਣ ਵਾ। ਬਸ ਕਹਿੰਦੇ ਲਫ਼ਜ਼ ਛੋਟਾ ਜਿਹਾ ਨਿਕਲ ਦੇ ਨਾਲ ਕਿ ਮੈਂ ਸਾਰਾ ਇੰਤਜ਼ਾਮ ਜਿਹੜਾ ਹੈਗਾ ਉਹ ਆ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰਾ ਕਰ ਦਿੱਤਾ ਹੈਗਾ। ਪਰ ਜਿਹੜੀਆਂ ਸੁੱਖ ਸੁਵਿਧਾ ਕਹਿੰਦੇ ਆਮ ਸੰਗਤ ਨੂੰ ਨਹੀਂ ਮੁਹੱਈਆ ਹੁੰਦੀਆਂ, ਉਹ ਮੁਹੱਈਆ ਇਸੇ ਜੋੜ ਮੇਲਿਆਂ ਦੇ ਵਿੱਚ ਕਿਵੇਂ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਐਸੀਆਂ ਦੇ ਦਿੰਦਾ ਹੈਗੀਆਂ ਕਿ ਜਿਨ੍ਹਾਂ ਦੀ ਅਸੀਂ ਕਦੀ ਕਲਪਨਾ ਨਹੀਂ ਕੀਤੀ ਹੁੰਦੀ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਸਾਰਾ ਕੁਛ ਜਿਹੜਾ ਹੈ ਨਾ ਉਹ ਤੁਹਾਡੀ ਅੰਦਰਲੀ ਜਿਹੜੀ ਸੱਚੀ ਭਾਵਨਾ ਸ਼ਰਧਾ ਹੈਗੀ, ਪਰਮੇਸ਼ਰ ਨਾਲ ਪ੍ਰੇਮ ਆ, ਇਸ ਸ਼ਰਧਾ ਪ੍ਰੇਮ ਅਤੇ ਸ਼ਰਧਾ ਨੂੰ ਦੇਖ ਕੇ ਪਰਮੇਸ਼ਰ ਜਿਹੜਾ ਫਿਰ ਆਪ ਆਪਣੇ ਪਿਆਰਿਆਂ ਦੀ ਸੇਵਾ ਵਾਸਤੇ ਤਤਪਰ ਹੋ ਜਾਂਦਾ ਹੈਗਾ। ਅਤੇ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਜਿਹੜਾ ਸਾਡਾ ਵਾਹਿਗੁਰੂ ਹੈ ਉਹ ਗੁਰੂ ਆ, ਅਤੇ ਲੇਕਿਨ ਗੁਰੂ ਹੋਣ ਤੋਂ ਬਾਅਦ ਉਹ ਸਾਡਾ ਸੇਵਕ ਵੀ ਬਣ ਜਾਂਦਾ ਹੈਗਾ। ਇਹ ਕਹਿੰਦੇ ਉਹਦੀ ਖੇਡ ਆ, ਆਪੇ ਗੁਰ ਆਪੇ ਚੇਲੇ ਵਾਲੀ ਖੇਡ ਜਿਹੜੀ ਆ ਉਸ ਟਾਈਮ ਵਰਤ ਜਾਂਦੀ ਆ, ਕਿਉਂਕਿ ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਨੂੰ ਆਪਣਾ ਗੁਰੂ ਸੱਜਣ ਮਿੱਤਰ ਜੋ ਵੀ ਉਹਨਾਂ ਦੀ ਭਾਵਨਾ ਹੁੰਦੀ ਉਹਦੇ ਨਾਲ ਪ੍ਰੇਮ ਕਰਦੇ ਆ। ਪਰ ਪਰਮਾਤਮਾ ਜਿਹੜਾ ਹੈਗਾ ਫਿਰ ਆਪਣੇ ਭਗਤਾਂ ਪਿਆਰਿਆਂ ਦਾ ਆਪ ਸੰਗੀ ਸਾਥੀ ਬਣ ਕੇ, ਉਹਨਾਂ ਦਾ ਸੇਵਾਦਾਰ ਬਣ ਕੇ ਫਿਰ ਉਹਨਾਂ ਦੀ ਸੇਵਾ ਕਰਦਾ ਅਤੇ ਉਹਨਾਂ ਦੀਆਂ ਭਾਵਨਾ ਨੂੰ ਉਸੇ ਟਾਈਮ ਤਤਕਾਲ ਪੂਰਾ ਕਰ ਦਿੰਦਾ ਹੈਗਾ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾ ਚੁੱਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।